ਅਲਫਾਜ਼ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ। ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਨੇ ਸਾਨੂੰ ਆਪਣੇ ਅਲਫਾਜ਼ ਹੋਰਾਂ ਅੱਗੇ ਪੇਸ਼ ਕਰਨ ਦੀ ਜੋ ਬਾਕਮਾਲ ਦਾਤ ਬਖਸ਼ੀ ਹੈ, ਇਹਨਾਂ ਦੀ ਅਹਿਮੀਅਤ ਉਸ ਇਨਸਾਨ ਤੋਂ ਪੁੱਛਣਾ ਜੋ ਮੁਸ਼ਕਿਲ ਦੌਰ ਵਿੱਚੋਂ ਗੁਜ਼ਰਿਆ ਹੋਵੇ ਅਤੇ ਕਿਸੇ ਨੇ ਉਸ ਦਾ ਹੌਸਲਾ ਵਧਾਉਣ ਲਈ ਕੁਝ ਵਜ਼ਨਦਾਰ ਅਤੇ ਵਧੀਆ ਅਲਫਾਜ਼ ਵਰਤੇ ਹੋਣ। ਸਾਡੇ ਖੁਦ ਦੇ ਅਲਫਾਜ਼ ਵੀ ਸਾਡੀ ਜ਼ਿੰਦਗੀ 'ਤੇ ਗਹਿਰਾ ਪ੍ਰਭਾਵ ਪਾਉਂਦੇ ਹਨ, ਪਰ ਜੇ ਅਲਫਾਜ਼ ਵਜ਼ਨਦਾਰ ਹੋਣ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੁੰਦੇ ਹਨ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕਹਾਣੀ ਦੇ ਅਲਫਾਜ਼ ਵਜ਼ਨਦਾਰ ਹੋਣ। ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ। ਮਰਨ ਤੋਂ ਬਾਅਦ 4 ਵਿਅਕਤੀ ਸਵਰਗ ਦੇ ਦਰਵਾਜ਼ੇ 'ਤੇ ਖੜ੍ਹੇ ਸਨ। ਇਹਨਾਂ 4 ਵਿਅਕਤੀਆਂ ਵਿੱਚੋਂ ਪਹਿਲਾ ਰਾਜਾ ਸੀ, ਦੂਜਾ ਵਪਾਰੀ ਸੀ, ਤੀਜਾ ਇੱਕ ਪੰਡਿਤ ਅਤੇ ਚੌਥਾ ਇੱਕ ਮਜ਼ਦੂਰ ਸੀ। ਇਹਨਾਂ 4 ਵਿੱਚੋਂ ਕੋਈ ਨਹੀਂ ਸੀ ਜਾਣਦਾ ਕੌਣ ਸਵਰਗ ਵਿੱਚ ਪ੍ਰਵੇਸ਼ ਕਰ ਸਕੇਗਾ ਅਤੇ ਕੌਣ ਵਾਪਸ ਮੋੜਿਆ ਜਾਵੇਗਾ, ਅਤੇ 4 ਜਾਣੇ ਸਵਰਗ ਦਾ ਦਰਵਾਜ਼ਾ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ ਅਤੇ ਆਪਸ ਵਿੱਚ ਗੱਲਾਂ ਕਰ ਰਹੇ ਸਨ। ਸਭ ਤੋਂ ਪਹਿਲਾਂ ਰਾਜਾ ਕਹਿਣ ਲੱਗਾ, ਜਿਵੇਂ ਕਿ ਰਾਜੇ ਦੇ ਮਰਨ ਤੋਂ ਪਹਿਲਾਂ ਰਾਜੇ ਦੀ ਆਦਤ ਸੀ। ਉਸਨੇ ਆਪਣੀ ਗੱਲ ਪਹਿਲਾਂ ਦੱਸੀ। ਰਾਜੇ ਨੇ ਕਿਹਾ, ਮੈਂ ਬਹੁਤ ਵੱਡੇ ਰਾਜ ਦਾ ਰਾਜਾ ਹਾਂ। ਮੈਂ ਧਰਤੀ 'ਤੇ ਬਹੁਤ ਨਾਮਣਾ ਖੱਟਿਆ ਹੈ, ਇਸ ਲਈ ਮੇਰੇ ਸਵਰਗ ਵਿੱਚ ਜਾਣ ਦੀ ਪੂਰੀ ਸੰਭਾਵਨਾ ਹੈ। ਮੇਰੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਏਗੀ। ਅਤੇ ਫਿਰ ਰਾਜੇ ਤੋਂ ਬਾਅਦ ਵਪਾਰੀ ਬੋਲਿਆ, ਕਿਉਂਕਿ ਉਸ ਦਾ ਅਹੁਦਾ ਵੀ ਕਾਫੀ ਵੱਡਾ ਹੁੰਦਾ ਹੈ। ਮੈਂ ਧਰਤੀ 'ਤੇ ਬਹੁਤ ਪੈਸਾ ਕਮਾਇਆ ਹੈ ਅਤੇ ਇਸ ਪੈਸੇ ਨਾਲ ਮੈਂ ਸੈਂਕੜੇ ਲੋਕਾਂ ਦੀ ਮਦਦ ਕੀਤੀ ਹੈ, ਇਸ ਲਈ ਮੈਂ ਸਵਰਗ ਦਾ ਹੱਕਦਾਰ ਹਾਂ। ਇਸ ਲਈ ਮੇਰੇ ਰਾਹ ਵਿੱਚ ਵੀ ਕੋਈ ਰੁਕਾਵਟ ਨਹੀਂ ਆਏਗੀ, ਮੈਂ ਵੀ ਸਿੱਧਾ ਸਵਰਗ ਜਾਵਾਂਗਾ। ਅਤੇ ਫਿਰ ਅੱਗੇ ਪੰਡਤ ਦੀ ਵਾਰੀ ਆਈ ਤਾਂ ਪੰਡਤ ਸਾਰਿਆਂ ਨੂੰ ਕਹਿਣ ਲੱਗਾ, ਤੁਸੀਂ ਜੋ ਵੀ ਸੋਚੋ, ਪਰ ਇਹ ਪੱਕਾ ਹੈ ਕਿ ਸਵਰਗ ਦੇ ਦਰਵਾਜ਼ੇ ਮੇਰੇ ਲਈ ਹੀ ਖੁੱਲ੍ਹਣਗੇ। ਹਰ ਕੋਈ ਜਾਣਦਾ ਹੈ ਕਿ ਪੰਡਤ ਦਿਨ ਰਾਤ ਰੱਬ ਨੂੰ ਯਾਦ ਕਰਦੇ ਹਨ ਅਤੇ ਜੋ ਰੱਬ ਨੂੰ ਯਾਦ ਕਰਦੇ ਹਨ ਉਹ ਰੱਬ ਦੇ ਭਗਤ ਹੋ ਜਾਂਦੇ ਹਨ। ਇਸ ਲਈ ਸੁਭਾਵਿਕ ਹੈ ਕਿ ਪੰਡਤ ਵਾਸਤੇ ਸਵਰਗ ਦਾ ਦਰਵਾਜ਼ਾ ਖੁੱਲ੍ਹੇਗਾ ਅਤੇ ਪੰਡਤ ਦਾ ਸਵਾਗਤ ਵੀ ਕੀਤਾ ਜਾਵੇਗਾ। ਅਤੇ ਫਿਰ ਤਿੰਨਾਂ ਦੀਆਂ ਨਜ਼ਰਾਂ ਉਸ ਮਜ਼ਦੂਰ 'ਤੇ ਪਈਆਂ ਜੋ ਅੱਖਾਂ ਝੁਕਾ ਕੇ ਬਿਨਾਂ ਕੁਝ ਬੋਲੇ ਚੁੱਪਚਾਪ ਇੱਕ ਸਾਈਡ 'ਤੇ ਸਵਰਗ ਦਾ ਦਰਵਾਜ਼ਾ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਉਹ ਮਜ਼ਦੂਰ ਤਿੰਨਾਂ ਦੀਆਂ ਗੱਲਾਂ ਤਾਂ ਸੁਣ ਰਿਹਾ ਸੀ, ਪਰ ਬੋਲਿਆ ਕੁਛ ਨਾ। ਇੰਨੇ ਚਿਰ ਨੂੰ ਸਵਰਗ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਅੰਦਰੋਂ ਇੱਕ ਦੂਤ ਉੱਥੇ ਆਇਆ। ਦੂਤ ਦੇ ਹੱਥ ਵਿੱਚ ਇੱਕ ਕਿਤਾਬ ਸੀ ਜਿਸ ਵਿੱਚ ਸਾਰੇ ਕੰਮ ਲਿਖੇ ਹੋਏ ਸਨ। ਦੂਤ ਨੇ ਸਭ ਤੋਂ ਪਹਿਲਾਂ ਰਾਜੇ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਪੁੱਛਿਆ, ਤੁਸੀਂ ਦੱਸੋ, ਤੁਸੀਂ ਆਪਣੇ ਜੀਵਨ ਵਿੱਚ ਕਿਹੜੇ ਚੰਗੇ ਕੰਮ ਕੀਤੇ ਹਨ? ਮੈਂ ਤੁਹਾਡੇ ਕੰਮਾਂ ਨੂੰ ਇਸ ਕਿਤਾਬ ਵਿੱਚ ਦੇਖਾਂਗਾ ਅਤੇ ਫੈਸਲਾ ਕਰਾਂਗਾ ਕਿ ਤੁਹਾਨੂੰ ਸਵਰਗ ਅੰਦਰ ਆਉਣ ਦੇਣਾ ਹੈ ਜਾਂ ਨਹੀਂ। ਦੂਤ ਦੀ ਗੱਲ ਸੁਣ ਕੇ ਰਾਜੇ ਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਰਾਜਾ ਕਹਿਣ ਲੱਗਾ, ਮੇਰਾ ਰਾਜ ਜਿੰਨਾ ਵੱਡਾ ਸੀ ਓਨਾ ਹੀ ਖੁਸ਼ਹਾਲ ਸੀ। ਮੇਰੇ ਰਾਜ ਵਿੱਚ ਸਾਰੇ ਲੋਕ ਬਹੁਤ ਖੁਸ਼ ਸਨ। ਹਰ ਕੋਈ ਖੁਸ਼ੀ ਨਾਲ ਰਹਿੰਦਾ ਸੀ। ਮੈਂ ਉਹਨਾਂ ਨੂੰ ਕਦੇ ਕਿਸ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਇਹ ਮੇਰੇ ਚੰਗੇ ਕੰਮ ਹਨ। ਦੂਤ ਨੇ ਰਾਜੇ ਦੀ ਗੱਲ ਸੁਣੀ ਅਤੇ ਆਪਣੀ ਕਿਤਾਬ ਵਿੱਚ ਵੇਖਣ ਲੱਗਾ। ਵੇਖ ਕੇ ਦੂਤ ਨੇ ਰਾਜੇ ਨੂੰ ਕਿਹਾ, ਤੁਸੀਂ ਸੱਚ ਬੋਲਦੇ ਹੋ। ਤੁਸੀਂ ਆਪਣੇ ਰਾਜ ਦੇ ਲੋਕਾਂ ਨੂੰ ਬਹੁਤ ਖੁਸ਼ ਰੱਖਿਆ, ਪਰ ਤੁਸੀਂ ਆਪਣੇ ਰਾਜ ਦੀ ਹੱਦ ਵਧਾਉਣ ਲਈ ਜਿੰਨੀਆਂ ਵੀ ਜੰਗਾਂ ਲੜੀਆਂ ਸਨ, ਉਹਨਾਂ ਯੁੱਧਾਂ ਕਾਰਨ ਹਜ਼ਾਰਾਂ ਸੈਨਿਕਾਂ ਦੀਆਂ ਜਾਨਾਂ ਗਈਆਂ ਸਨ ਅਤੇ ਤੁਸੀਂ ਉਹਨਾਂ ਹਜ਼ਾਰਾਂ ਸੈਨਿਕਾਂ ਦੇ ਪਰਿਵਾਰਾਂ ਦੇ ਦੁੱਖ ਦਾ ਕਾਰਨ ਸੀ। ਇਸ ਲਈ ਤੁਸੀਂ ਸਵਰਗ ਵਿੱਚ ਨਹੀਂ ਆ ਸਕਦੇ। ਅਤੇ ਦੂਤ ਰਾਜੇ ਨੂੰ ਮਨਾ ਕਰਕੇ ਫਿਰ ਵਪਾਰੀ ਨੂੰ ਪੁੱਛਣ ਲੱਗਾ, ਤੁਸੀਂ ਦੱਸੋ, ਤੁਸੀਂ ਕਿਹੜੇ ਚੰਗੇ ਕੰਮ ਕੀਤੇ ਹਨ ਜਿਸ ਕਾਰਨ ਤੁਹਾਨੂੰ ਸਵਰਗ ਵਿੱਚ ਭੇਜਿਆ ਜਾਵੇ? ਦੂਤ ਦੀ ਗੱਲ ਸੁਣ ਕੇ ਵਪਾਰੀ ਕਹਿਣ ਲੱਗਾ, ਮੈਂ ਸੈਂਕੜੇ ਲੋਕਾਂ ਨੂੰ ਭੋਜਨ ਦਿੱਤਾ ਹੈ, ਕਈ ਆਸ਼ਰਮਾਂ ਵਿੱਚ ਦਾਨ ਕੀਤਾ ਹੈ, ਮੈਂ ਬਹੁਤ ਲੋਕਾਂ ਦੀ ਮਦਦ ਕੀਤੀ ਹੈ, ਮੈਂ ਬਹੁਤ ਸਾਰੇ
ਬੇਸਹਾਰਾ ਲੋਕਾਂ ਲਈ ਘਰ ਬਣਾਇਆ ਹੈ। ਇਹ ਮੇਰੇ ਚੰਗੇ ਕੰਮ ਹਨ। ਦੂਤ ਨੇ ਵਪਾਰੀ ਦੀ ਗੱਲ ਸੁਣ ਕੇ ਆਪਣੀ ਕਿਤਾਬ ਵਿੱਚ ਧਿਆਨ ਨਾਲ ਵੇਖਿਆ, ਫਿਰ ਵਪਾਰੀ ਨੂੰ ਵੇਖਿਆ। ਦੂਤ ਕਹਿਣ ਲੱਗਾ, ਇਹ ਠੀਕ ਹੈ, ਤੁਸੀਂ ਬਹੁਤ ਸਾਰਾ ਦਾਨ ਪੁੰਨ ਕੀਤਾ ਹੈ, ਪਰ ਜਿਸ ਪੈਸੇ ਨਾਲ ਤੁਸੀਂ ਦਾਨ ਪੁੰਨ ਕੀਤਾ ਹੈ ਉਸ ਨੂੰ ਕਮਾਉਣ ਲਈ ਤੁਸੀਂ ਬਹੁਤ ਸਾਰੇ ਝੂਠ ਬੋਲੇ ਹਨ। ਕਿੰਨੀ ਧੋਖੇਬਾਜ਼ੀ ਕੀਤੀ ਹੈ, ਕਿੰਨੀ ਮਿਲਾਵਟ ਕੀਤੀ ਹੈ। ਇਸ ਲਈ ਤੁਸੀਂ ਵੀ ਸਵਰਗ ਵਿੱਚ ਨਹੀਂ ਜਾ ਸਕਦੇ। ਤੇ ਫਿਰ ਪੰਡਤ ਦੀ ਵਾਰੀ ਸੀ। ਫਿਰ ਦੂਤ ਨੇ ਪੰਡਤ ਨੂੰ ਇਹੀ ਸਵਾਲ ਕੀਤਾ, ਤੁਸੀਂ ਕਿਹੜੇ ਚੰਗੇ ਕੰਮ ਕੀਤੇ ਹਨ? ਤਾਂ ਪੰਡਤ ਦੂਤ ਨੂੰ ਬੜੇ ਮਾਣ ਅਤੇ ਬੜੇ ਵਿਸ਼ਵਾਸ ਨਾਲ ਕਹਿਣ ਲੱਗਾ, ਮੈਂ ਅਣਗਿਣਤ ਲੋਕਾਂ ਨੂੰ ਗਿਆਨ ਦਿੱਤਾ, ਹਜ਼ਾਰਾਂ ਯੱਗ ਕੀਤੇ, ਪੂਜਾ ਕੀਤੀ, ਦਿਨ ਰਾਤ ਪਰਮਾਤਮਾ ਦਾ ਜਾਪ ਕੀਤਾ, ਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ? ਪੰਡਤ ਨੇ ਬੜੇ ਮਾਣ ਨਾਲ ਦੂਤ ਨੂੰ ਆਪਣੀ ਗੱਲ ਕਹੀ। ਦੂਤ ਨੇ ਆਪਣੀ ਕਿਤਾਬ ਅੰਦਰ ਝਾਤ ਮਾਰੀ ਅਤੇ ਪੰਡਤ ਨੂੰ ਕਿਹਾ, ਤੁਸੀਂ ਜੋ ਵੀ ਗਿਆਨ ਸਾਰੇ ਲੋਕਾਂ ਨੂੰ ਦਿੱਤਾ, ਤੁਸੀਂ ਉਹਨਾਂ ਗੱਲਾਂ ਨੂੰ ਕਦੇ ਆਪਣੇ ਆਪ 'ਤੇ ਲਾਗੂ ਨਹੀਂ ਕੀਤਾ। ਤੁਸੀਂ ਆਪ ਉਹ ਗੱਲਾਂ ਨਹੀਂ ਅਪਣਾਈਆਂ। ਤੁਸੀਂ ਕਦੇ ਵੀ ਕੋਈ ਜਗ, ਹਵਨ, ਪੂਜਾ ਜਾਂ ਪਰਮਾਤਮਾ ਦਾ ਨਾਮ ਨਿਰਸਵਾਰਥ ਨਹੀਂ ਕੀਤਾ। ਤੁਹਾਡੇ ਹਵਨ ਵਿੱਚ, ਜੱਗ ਵਿੱਚ, ਪੂਜਾ ਵਿੱਚ, ਨਾਮ ਵਿੱਚ ਕੋਈ ਸ਼ਰਧਾ ਨਹੀਂ ਸੀ। ਤੁਸੀਂ ਸਿਰਫ ਆਪਣੀ ਲੋੜ ਕਰਕੇ ਹੀ ਇਹ ਸਭ ਕੁਝ ਕੀਤਾ। ਇਸ ਲਈ ਤੁਹਾਨੂੰ ਵੀ ਸਵਰਗ ਵਿੱਚ ਆਉਣ ਤੋਂ ਰੋਕਿਆ ਗਿਆ ਹੈ। ਤੇ ਉਹਨਾਂ ਸਾਰਿਆਂ ਦੇ ਲਾਗੇ ਖੜਾ ਮਜ਼ਦੂਰ ਇਹ ਸਭ ਵੇਖ ਕੇ ਹੈਰਾਨ ਹੋ ਰਿਹਾ ਸੀ। ਹੁਣ ਤੱਕ ਜਿਨ੍ਹਾਂ ਨੂੰ ਉਹ ਮਹਾਨ ਸਮਝਦਾ ਸੀ, ਰਾਜਾ, ਵਪਾਰੀ, ਪੰਡਤ, ਸਵਰਗ ਦੇ ਦਰਵਾਜ਼ੇ 'ਤੇ ਆ ਕੇ ਉਹਨਾਂ ਦੀ ਵਿਆਖਿਆ ਹੀ ਬਦਲ ਗਈ। ਧਰਤੀ ਉੱਤੇ ਚੰਗੇ ਮੰਨੇ ਜਾਣ ਵਾਲੇ ਕੰਮਾਂ ਦਾ ਇੱਥੇ ਕੋਈ ਮੁੱਲ ਨਹੀਂ ਸੀ। ਕੀ ਇਹ ਸਭ ਵਿਖਾਵਾ ਸੀ ਕਿ ਝੂਠ ਸੀ? ਇਹ ਤਿੰਨੋਂ ਜਾਣੇ ਕਿੰਨੇ ਮਹਾਨ ਕੰਮ ਕਰਦੇ ਸੀ, ਤੇ ਜੇ ਇਹਨਾਂ ਤਿੰਨਾਂ ਜਾਣਿਆਂ ਦੇ ਇੰਨੇ ਚੰਗੇ ਕੰਮਾਂ ਦਾ ਇੱਥੇ ਕੋਈ ਮੁੱਲ ਨਹੀਂ, ਤਾਂ ਮੇਰੀ ਤਾਂ ਕੋਈ ਹੈਸੀਅਤ ਹੀ ਨਹੀਂ ਕਿ ਮੈਂ ਸਵਰਗ ਜਾ ਸਕਾਂ। ਮਜ਼ਦੂਰ ਹਾਲੇ ਸੋਚਾਂ ਵਿੱਚ ਡੁੱਬਿਆ ਹੀ ਸੀ ਕਿ ਜਮਦੂਤ ਉਸ ਮਜ਼ਦੂਰ ਕੋਲ ਆ ਗਿਆ। ਇਸ ਤੋਂ ਪਹਿਲਾਂ ਕਿ ਜਮਦੂਤ ਮਜ਼ਦੂਰ ਨੂੰ ਉਸਦੇ ਚੰਗੇ ਕੰਮਾਂ ਬਾਰੇ ਪੁੱਛਦਾ, ਮਜ਼ਦੂਰ ਆਪ ਹੀ ਬੋਲ ਪਿਆ। ਮਜ਼ਦੂਰ ਕਹਿਣ ਲੱਗਾ, ਦੂਤ ਜੀ, ਮੈਂ ਜਾਣਦਾ ਹਾਂ ਕਿ ਮੈਂ ਵੀ ਸਵਰਗ ਵਿੱਚ ਜਾਣ ਦਾ ਹੱਕਦਾਰ ਨਹੀਂ ਹਾਂ। ਮੈਂ ਸਵਰਗ ਦੇ ਯੋਗ ਨਹੀਂ ਹਾਂ, ਪਰ ਫਿਰ ਵੀ ਮੈਂ ਇੱਕ ਵਾਰ ਬਾਹਰੋਂ ਸਵਰਗ ਵਿੱਚ ਝਾਕਣਾ ਚਾਹੁੰਦਾ ਹਾਂ। ਮੇਰੀ ਇਹੋ ਹੀ ਇੱਛਾ ਹੈ, ਅਤੇ ਇਸ ਤੋਂ ਵੱਧ ਮੇਰੀ ਕੋਈ ਹੋਰ ਇੱਛਾ ਨਹੀਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਇੱਛਾ ਪੂਰੀ ਕਰਨ ਲਈ ਕੁਝ ਵੀ ਨਹੀਂ ਕੀਤਾ। ਮੈਂ ਸਾਰਾ ਦਿਨ ਸਖਤ ਮਿਹਨਤ ਕਰਦਾ ਅਤੇ ਜੋ ਵੀ ਪੈਸਾ ਕਮਾਉਂਦਾ ਉਹ ਆਪਣੇ ਪਰਿਵਾਰ ਦੀ ਦੇਖਭਾਲ ਵਿੱਚ ਖਰਚ ਕਰ ਦਿੰਦਾ। ਮੇਰੇ ਕੋਲ ਕੁਝ ਬਚਦਾ ਹੀ ਨਹੀਂ ਸੀ। ਇੰਨੇ ਪੈਸੇ ਹੀ ਨਹੀਂ ਸਨ ਕਿ ਮੈਂ ਦਾਨ ਪੁੰਨ ਕਰ ਸਕਦਾ, ਕਿਸੇ ਲੋੜਵੰਦ ਦੀ ਮਦਦ ਕਰ ਸਕਦਾ, ਅਤੇ ਨਾ ਹੀ ਮੇਰੇ ਕੋਲ ਇੰਨਾ ਟਾਈਮ ਸੀ ਕਿ ਮੈਂ ਕਿਸੇ ਦੀ ਸੇਵਾ ਕਰ ਸਕਦਾ, ਕਿਉਂਕਿ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਜੋ ਥੋੜ੍ਹਾ ਬਹੁਤਾ ਸਮਾਂ ਸ਼ਾਮ ਨੂੰ ਬਚਦਾ ਉਹ ਮੈਂ ਆਪਣੇ ਪਰਿਵਾਰ ਲਈ ਕੱਢਦਾ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ। ਮੇਰੇ ਕੋਲੋਂ ਤਾਂ ਰੋਜ਼ ਮੰਦਰ ਵੀ ਨਹੀਂ ਸੀ ਜਾਇਆ ਜਾਂਦਾ। ਮੈਂ ਤਾਂ ਕਦੇ ਕਦੇ ਮੰਦਰ ਵਿੱਚ ਜਾ ਕੇ ਪਰਮਾਤਮਾ ਦਾ ਧੰਨਵਾਦ ਕਰਦਾ ਸੀ। ਉਸ ਨੇ ਮੈਨੂੰ ਮਨੁੱਖਾ ਜਨਮ ਦਿੱਤਾ, ਤੰਦਰੁਸਤੀ ਦਿੱਤੀ, ਪਰਿਵਾਰ ਦਿੱਤਾ, ਮਿਹਨਤ ਕਰਨ ਦਾ ਬਲ ਬਖਸ਼ਿਆ। ਬਸ ਇਸ ਲਈ ਕਦੇ ਕਦੇ ਮੰਦਰ ਜਾ ਕੇ ਪਰਮਾਤਮਾ ਦਾ ਧੰਨਵਾਦ ਕਰਦਾ। ਮਜ਼ਦੂਰ ਦੀਆਂ ਗੱਲਾਂ ਸੁਣ ਕੇ ਜਮਦੂਤ ਨੇ ਆਪਣੀ ਕਿਤਾਬ ਨੂੰ ਬੜੇ ਧਿਆਨ ਨਾਲ ਵੇਖਿਆ ਅਤੇ ਕੁਝ ਦੇਰ ਵੇਖਦਾ ਰਿਹਾ। ਫਿਰ ਉਸਨੇ ਮਜ਼ਦੂਰ ਨੂੰ ਯਾਦ ਕਰਨ ਲਈ ਕਿਹਾ ਕਿ ਸ਼ਾਇਦ ਜ਼ਿੰਦਗੀ ਵਿੱਚ ਘੱਟੋ ਘੱਟ 1 ਜਾਂ 2 ਵਾਰ ਕੋਈ ਬਹੁਤ ਚੰਗਾ ਕੰਮ ਕੀਤਾ ਹੋਵੇਗਾ, ਤੁਸੀਂ ਯਾਦ ਕਰੋ। ਦੂਤ ਦੀ ਗੱਲ ਸੁਣ ਕੇ ਮਜ਼ਦੂਰ ਨੇ ਸੋਚਣਾ ਸ਼ੁਰੂ ਕੀਤਾ। ਕੁਝ ਸਮਾਂ ਸੋਚਣ ਤੋਂ ਬਾਅਦ ਮਜ਼ਦੂਰ ਬੋਲਿਆ, ਹਾਂ, ਮੈਨੂੰ ਥੋੜ੍ਹਾ ਜਿਹਾ ਯਾਦ ਹੈ। ਮੈਨੂੰ ਇੱਕ ਵਾਰ ਬਹੁਤ ਭੁੱਖ ਲੱਗੀ ਸੀ। ਮੈਂ ਖਾਣਾ ਖਾਣ ਬੈਠਾ ਹੀ ਸੀ ਕਿ ਇੱਕ ਬਹੁਤ ਹੀ ਕਮਜ਼ੋਰ ਕੁੱਤਾ, ਜਿਸ ਦੀ ਇੱਕ ਲੱਤ ਵੀ ਟੁੱਟੀ ਹੋਈ ਸੀ, ਜੋ ਠੀਕ ਤਰ੍ਹਾਂ ਚੱਲ ਵੀ ਨਹੀਂ ਸੀ ਸਕਦਾ, ਮੇਰੇ ਨੇੜੇ ਆ ਗਿਆ। ਨੇੜੇ ਆ ਕੇ ਮੇਰੇ ਭੋਜਨ ਨੂੰ ਵੇਖਣ ਲੱਗ ਪਿਆ। ਮੈਨੂੰ ਉਸ ਕੁੱਤੇ ਉੱਪਰ ਬਹੁਤ ਤਰਸ ਆਇਆ ਅਤੇ ਮੈਂ ਆਪਣੀ ਰੋਟੀ ਉਸ ਨੂੰ ਖਵਾ ਦਿੱਤੀ। ਉਸ ਦਿਨ ਮੈਂ ਭੁੱਖਾ ਹੀ ਸੌਂ ਗਿਆ ਸੀ। ਮਜ਼ਦੂਰ ਦੀ ਗੱਲ ਸੁਣ ਕੇ ਜਮਦੂਤ ਮੁਸਕਰਾ ਪਿਆ ਅਤੇ ਮਜ਼ਦੂਰ ਨੂੰ ਸਲਾਮ ਕੀਤਾ।
ਉਸ ਨੂੰ ਸਤਿਕਾਰ ਨਾਲ ਸਵਰਗ ਦੇ ਅੰਦਰ ਲੈ ਗਿਆ। ਸੋ ਇਸ ਕਹਾਣੀ ਦਾ ਭਾਵ ਇਹ ਹੈ ਕਿ ਚੰਗੇ ਕਰਮ ਬਿਨਾਂ ਲਾਲਚ ਤੋਂ, ਬਿਨਾਂ ਮੋਹ, ਕਿਸੇ ਪ੍ਰਭਾਵ ਦੇ ਹੇਠ ਨਹੀਂ ਕੀਤੇ ਜਾਂਦੇ ਅਤੇ ਨਾ ਹੀ ਚੰਗੇ ਕਰਮ ਦੀ ਸ਼੍ਰੇਣੀ ਵਿੱਚ ਗਿਣੇ ਜਾਂਦੇ ਹਨ। ਨਿਰਸਵਾਰਥ ਭਾਵਨਾ ਨਾਲ ਕੀਤਾ ਗਿਆ ਇੱਕ ਚੰਗਾ ਕੰਮ ਵੀ ਤੁਹਾਡੇ ਜੀਵਨ ਨੂੰ ਬਦਲਣ ਦੀ ਤਾਕਤ ਰੱਖਦਾ ਹੈ, ਤੁਹਾਡੇ ਸਾਰੇ ਪਾਪਾਂ ਨੂੰ ਧੋਣ ਦੀ ਤਾਕਤ ਰੱਖਦਾ ਹੈ। ਇਸ ਲਈ ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਨਿਰਸਵਾਰਥ ਹੋ ਕੇ ਚੰਗੇ ਹਿਰਦੇ ਨਾਲ, ਚੰਗੇ ਮਨ ਨਾਲ ਚੰਗਾ ਕੰਮ ਕਰੋ ਅਤੇ ਚੰਗਾ ਕੰਮ ਕਰਕੇ ਉਸ ਨੂੰ ਭੁੱਲ ਜਾਓ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਗਿਣਤੀ ਵਿੱਚ ਨਾ ਲਿਖੋ ਕਿ ਤੁਸੀਂ ਚੰਗਾ ਕੰਮ ਕੀਤਾ, ਕਿਉਂਕਿ ਪਰਮਾਤਮਾ ਸਭ ਵੇਖਦਾ ਹੈ। ਉਹ ਚੰਗੇ ਮਾੜੇ ਦਾ ਹਿਸਾਬ ਕਰ ਲੈਂਦਾ ਹੈ। ਧੰਨਵਾਦ ਜੀ। ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਅਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਾ ਭੁੱਲਣਾ।